ਤਾਂ ਸਭ ਤੋਂ ਪਹਿਲਾਂ ਵਾਰਡ ਨੰਬਰ 4 ਗੁਰੂ ਕਿਰਪਾ ਨਗਰ ਦੇ ਜਿੰਨੇ ਵੀ ਮੇਰੇ ਸਤਿਕਾਰਯੋਗ ਬਜ਼ੁਰਗ ਸਹਿਬਾਨ, ਨੌਜਵਾਨ ਵੀਰ, ਹਮ ਉਮਰ ਸਾਥੀ, ਮਾਵਾਂ ਭੈਣਾਂ, ਬੱਚੇ, ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਰੇ ਇੱਥੇ ਆਏ ਹੋ। ਇਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਅੰਕਲ ਜੀ ਹੋਰਾਂ ਨੇ ਜੋ ਗੱਲਾਂ ਕਹੀਆਂ ਲੱਗਦੀਆਂ ਵੀ ਅਸੀਂ ਸਾਹਮਣੇ ਬੈਠਿਆਂ ਤੇ ਐ ਕਿਉਂ ਕਹਿਤਾ, ਪਰ ਖੁਸ਼ੀ ਹੁੰਦੀ ਹੈ ਕਿ ਘੱਟੋ ਘੱਟ ਸਾਡੇ ਲੋਕ ਬੋਲਣ ਲੱਗੇ, ਅਸੀਂ ਸਵਾਲ ਕਰਨ ਲੱਗੇ। ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਚੰਗਾ ਹੋਊਗਾ। ਅੱਜ ਇੱਥੇ ਆਪਾਂ ਇਕੱਠੇ ਹੋਏ ਆ, ਸਾਡੀ ਸਾਰੀ ਟੀਮ, ਸੇਤੀਆ ਅੰਕਲ, ਧਰਮਪਾਲ ਅੰਕਲ, ਹੋਰ ਤੁਸੀਂ ਸਾਰੇ ਜਿੰਨੇ ਵੀ ਸਾਥੀਆਂ ਨੇ, ਤੁਹਾਨੂੰ ਸਾਰਿਆਂ ਨੂੰ ਸੱਦੇ ਲਾਏ, ਇੱਥੇ ਬੁਲਾਇਆ, ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਜਿਹੜੀ ਗੱਲ ਅੰਕਲ ਜੀ ਹੋਰਾਂ ਨੇ ਕਹੀ ਕਿ ਜਿਹੜਾ ਹਾਲ ਆ ਜਿਨ੍ਹਾਂ ਦਾ, ਉਹ ਹਾਲ ਜੇ ਅੱਜ ਕੋਈ ਵੋਟਾਂ ਮੰਗਣ ਆਇਆ, ਚਾਹੇ ਮੈਂ ਆਇਆ, ਪਰ ਜੇ ਉਹਦੇ ਬਾਵਜੂਦ ਵੀ ਕੰਮ ਨਾ ਹੋਣ ਤਾਂ ਫਿਰ ਉਹ ਹਾਲ ਹੋਣਾ ਚਾਹੀਦਾ। ਮੈਂ ਆਪਦੇ ਮੂੰਹੋਂ ਕਹਿਣਾ ਜੀ, ਜ਼ਰੂਰ ਹੋਣਾ ਚਾਹੀਦਾ। ਉਹਨਾਂ ਨੂੰ ਪਤਾ ਹੈ ਵੀ ਉਹ 75 ਸਾਲ ਕਿਵੇਂ ਕੱਢੇ ਆ। ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ ਕਿ ਕਦੇ ਉਹ ਟਾਈਮ ਸੀ ਜਦੋਂ ਸਰਦਾਰ ਭਗਤ ਸਿੰਘ ਜੀ ਹੋਰਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀ ਵਾਲੇ ਰੱਸੇ ਗਲਾਂ 'ਚ ਪਾਏ। ਉਹ ਸਮਾਂ ਸੀ ਜਦੋਂ ਸਾਨੂੰ ਜਾਨਾਂ ਵਾਰਨੀਆਂ ਪੈਣੀਆਂ ਸੀ, ਉਦੋਂ ਐਵੇਂ ਆਜ਼ਾਦੀ ਨਹੀਂ ਮਿਲਦੀ ਸੀ। ਪਰ ਜਦੋਂ ਭਗਤ ਸਿੰਘ ਜੀ ਜੇਲ੍ਹ 'ਚ ਸੀਗੇ ਤਾਂ ਉਹਨਾਂ ਦੇ ਵਿਚਾਰ ਸਨ ਕਿ ਜਿਹੜੇ ਇਹ ਗੋਰੇ ਹੈ, ਭਗਤ ਸਿੰਘ ਜੀ ਅਕਸਰ ਕਿਹਾ ਕਰਦੇ ਸੀ ਕਿ ਇਹਨਾਂ ਤੋਂ ਆਜ਼ਾਦੀ ਤਾਂ ਲੈ ਲਾਂਗੇ, ਇਹ ਕੋਈ ਮਸਲਾ ਨਹੀਂ, ਇਹ ਆਜ਼ਾਦੀ ਤਾਂ ਆ ਜਾਏਗੀ। ਪਰ ਉਹ ਚਿੰਤਕ ਸਨ ਕਿ ਜਦੋਂ ਇਹਨਾਂ ਤੋਂ ਆਜ਼ਾਦੀ ਲੈ ਲਾਂਗੇ ਤਾਂ ਜਿਹੜੇ ਸਾਡੇ ਦੇਸ਼ 'ਚ ਕਾਲੇ ਅੰਗਰੇਜ਼ ਉਹ ਲੋਕ ਬੈਠੇ ਐ ਜਿਹੜੇ ਫਿਰ ਤੋਂ ਤੰਗ ਕਰਨਗੇ, ਤਾਂ ਫਿਰ ਉਹ ਆਜ਼ਾਦੀ ਕਿਵੇਂ ਆਏਗੀ। ਭਗਤ ਸਿੰਘ ਉਸ ਸਮੇਂ ਚਿੰਤਕ ਸਨ। ਤਾਂ ਉਹਨਾਂ ਦੀ ਜਿਹੜੀ ਚਿੰਤਾ ਸੀ ਅੱਜ ਸੱਚ ਨਜ਼ਰ ਆਉਂਦੀ ਹੈ, ਉਹ ਚਿੰਤਾ ਬਿਲਕੁਲ ਸੱਚ ਨਜ਼ਰ ਆਈ। ਅੱਜ ਹਾਲਾਤ ਇਹੋ ਜਿਹੇ ਕਰਤੇ ਰਵਾਇਤੀ ਪਾਰਟੀਆਂ ਨੇ। ਮੈਂ ਹਮੇਸ਼ਾ ਸੰਵਿਧਾਨ ਦੇ 75 ਸਾਲਾਂ ਦੇ ਪਿਛਲੇ ਆਜ਼ਾਦੀ ਦੇ ਵਰ੍ਹਿਆਂ ਦੇ ਵਿੱਚ ਸਾਡੇ ਰਾਜਨੀਤਿਕ ਲੀਡਰਾਂ ਨੇ ਸੰਵਿਧਾਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਜਿਹੜਾ ਜਿੱਤ ਜਾਂਦਾ ਉਹ ਕਹਿੰਦਾ ਕਾਨੂੰਨ ਮੈਂ ਆ। ਜੇ ਉਹ ਫੋਨ ਕਰ ਦਵੇ, ਬੰਦੇ ਦਾ ਕੋਈ ਕਸੂਰ ਨਾ ਹੋਵੇ, ਉਹ ਫੋਨ ਕਰ ਦੇਵੇ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ, ਤਾਂ ਉਹ ਫਿਰ ਅੰਦਰ ਹੈ। ਉਹ ਸਾਰੀ ਜ਼ਿੰਦਗੀ ਤਰੀਕਾ ਭੁਗਤਦਾ ਰਹਿ ਜਾਂਦਾ। ਤਾਂ ਆ ਇਹਨਾਂ ਨੇ ਸਾਡੇ ਸੰਵਿਧਾਨ ਦਾ ਜਿਹੜਾ ਸਨਮਾਨ ਕੀਤਾ ਹੈ। ਤਾਂ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਹੈ, ਸੰਵਿਧਾਨ ਨੂੰ ਵੀ ਬਚਾਉਣ ਦੀ ਹੈ। ਬਾਬਾ ਸਾਹਿਬ ਤੇ ਭੀਮ ਰਾਓ ਅੰਬੇਦਕਰ ਜੀ ਨੇ ਜਿਸ ਸੰਵਿਧਾਨ ਦੀ ਰਚਨਾ 2 ਸਾਲ 11 ਮਹੀਨੇ ਤੇ 18 ਦਿਨ ਲਾ ਕੇ ਕੀਤੀ ਸੀ, ਕੜੀ ਮਿਹਨਤ ਦੇ ਨਾਲ, ਤਾਂ ਕਿ ਸਾਡਾ ਜਿਹੜਾ ਦੇਸ਼ ਹੋਊਗਾ ਦੁਨੀਆ ਦਾ ਸਭ ਤੋਂ ਵੱਡਾ। ਇੱਕ ਲੀਡਰਾਂ ਨੇ ਬੈਨ ਲਾਤਾ, ਜੋ ਇਹ ਚਾਹੁੰਦੇ ਆ ਉਹ ਹੁੰਦਾ। ਤਾਂ ਅੱਜ ਜੇ ਮੈਂ ਗੱਲ ਕਰਾਂ ਤਾਂ ਲੜਾਈ ਇਕੱਲੀ ਇਹ ਨਹੀਂ ਵੀ ਐਮਐਲਏ ਬਣਨਾ, ਲੜਾਈ ਇਹ ਨਹੀਂ ਹੈ। ਅਰਵਿੰਦ ਕੇਜਰੀਵਾਲ ਜੀ ਦੀ ਵੀ ਲੜਾਈ ਇਹ ਨਹੀਂ ਹੈ ਐਮਐਲਏ ਬਣਨਾ। ਭਗਵੰਤ ਮਾਨ ਜੀ ਦੀ ਵੀ ਲੜਾਈ ਇਹ ਨਹੀਂ ਹੈ ਵੀ ਮੈਂ ਮੁੱਖ ਮੰਤਰੀ ਬਣਨਾ। ਲੜਾਈ ਤਾਂ ਇਹ ਹੈ ਵੀ ਜਿਹੜੇ 75 ਵਰ੍ਹਿਆਂ ਦੇ ਵਿੱਚ ਅੱਜ ਸਾਡੇ ਬੱਚੇ ਪੜ੍ਹ ਗਏ, ਪਰ ਐਜੂਕੇਸ਼ਨ ਦਾ ਇੰਨਾ ਭੱਠਾ ਬਿਠਾਤਾ, ਸਾਨੂੰ ਕੁਝ ਪੜ੍ਹਾਇਆ ਨਹੀਂ ਗਿਆ। ਕਾਗਜ਼ਾਂ ਦੀ ਡਿਗਰੀਆਂ ਵੰਡੀ ਜਾਂਦੇ ਆ, ਪਰ ਸਾਨੂੰ ਕੁਝ ਪੜ੍ਹਾਇਆ ਨਹੀਂ ਗਿਆ। ਤਾਂ ਅੱਜ ਲੋੜ ਹੈ ਕਿ ਜਿਹੜੇ ਬੱਚੇ ਪੜ੍ਹ ਵੀ ਗਏ ਐ ਉਹ ਬੇਰੁਜ਼ਗਾਰ ਫਿਰਦੇ ਐ। 30-40 ਲੱਖ ਬੱਚਾ ਪੰਜਾਬ ਦਾ ਬੇਰੁਜ਼ਗਾਰ ਫਿਰਦਾ ਹੈ। ਤਾਂ ਅੱਜ ਲੋੜ ਇਸ ਚੀਜ਼ ਦੀ ਹੈ, ਇਕੱਲੀ ਐਮਐਲਏ ਬਣਨ ਦੀ ਲੜਾਈ ਨਹੀਂ। ਲੜਾਈ ਇਹ ਹੈ ਕਿ ਉਹਨਾਂ ਬੇਰੁਜ਼ਗਾਰ ਫਿਰਦੇ ਨੌਜਵਾਨਾਂ ਨੂੰ ਕਿੱਧਰ ਨੂੰ ਤੋਰਨਾ ਹੈ। ਅੱਜ ਲੜਾਈ ਇਹ ਹੈ, ਹਰ ਘਰ 'ਚ ਇੰਨੇ ਮਾੜੇ ਹਾਲਾਤ ਕਰਤੇ, ਨਸ਼ਾ ਜਿਹੜਾ ਉਹ ਵਾੜਤਾ, ਹਰ ਘਰ 'ਚ ਨਸ਼ਾ ਵਾੜਤਾ। ਤਾਂ ਅੱਜ ਲੜਾਈ ਇਹ ਹੈ
ਵੀ ਸਾਡੇ ਸਮਾਜ ਨੂੰ ਉਹ ਨਸ਼ੇ ਦੇ ਵਿੱਚੋਂ ਕੱਢ ਕੇ ਕਿੱਧਰ ਨੂੰ ਲੈ ਕੇ ਜਾਣਾ ਹੈ। ਅੱਜ ਲੜਾਈ ਇਹ ਹੈ ਵੀ 75 ਸਾਲਾਂ ਦੀ ਆਜ਼ਾਦੀ ਹੋਵੇ ਤੇ ਤੁਸੀਂ ਹੱਸੋਗੇ, ਮੈਂ ਫਿਰ ਮਜ਼ਾਕ 'ਚ ਵੀ ਕਹਿ ਦਿੰਦਾ ਹੁੰਨਾ, ਇੱਥੇ ਮੈਂ ਗੱਲ ਕਰਦਾ ਹੁੰਨਾ ਕਿ ਸਭ ਤੋਂ ਪਹਿਲਾਂ ਇੱਥੇ 3 ਲੀਡਰ ਹੋਰ ਹੈ ਮੁੱਖ ਪਾਰਟੀਆਂ ਦੇ ਜਿਹੜੇ ਵੋਟਾਂ ਮੰਗ ਰਹੇ ਹੈ। ਬੀਜੇਪੀ ਵਾਲਿਆਂ ਦੀ ਗੱਲ ਕਰਦੇ ਆ ਕਿਉਂਕਿ ਪਿਛਲੇ 5 ਸਾਲ ਆਪਾਂ ਉਹਨਾਂ ਨੂੰ ਜਿਤਾਇਆ, ਕੁਰਸੀ ਤੇ ਬਿਠਾਇਆ। 5 ਸਾਲਾਂ 'ਚ ਗੁਰੂ ਕਿਰਪਾ 'ਚ ਕਿੰਨੇ ਕੁ ਗੇੜੇ ਮਾਰੇ ਅਰੁਣ ਨਾਰੰਗ ਨੇ ਜੀ? ਇੱਕ ਵੀ ਗੇੜਾ ਨਹੀਂ ਮਾਰਿਆ ਹਨਾ। ਜਿਸ ਬੰਦੇ ਨੂੰ ਤੁਸੀਂ ਪਹਿਲਾਂ ਮੇਰੇ ਕੋਲ ਖੜੇ ਹੁੰਦੇ ਵੀ ਉੱਠੋ ਬਾਈ ਜਾਣਾ ਹੈ, ਤਾਂ ਮੇਰੇ ਤੋਂ ਵੀ ਵੱਧ ਮਿਹਨਤ ਉਹਨਾਂ ਦੀ ਹੈ ਜਿਹੜੇ ਮੇਰੇ ਤੋਂ ਵੀ ਵੱਧ ਮਿਹਨਤ ਕਰ ਰਹੇ ਆ। ਪਰ ਇੱਕ ਬੰਦਾ ਜਿੱਤਣ ਤੋਂ ਬਾਅਦ ਆਇਆ ਹੀ ਨਾ ਹੋਵੇ, ਇਹ ਤੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ। ਤਾਂ ਮੈਂ ਹਾਸੇ ਨਾਲ ਕਹਿ ਦਿੰਦਾ ਫਿਰ ਵੀ ਉਹ ਆਇਆ ਨਹੀਂ, ਸ਼ਾਇਦ ਆਏਗਾ, ਮੈਨੂੰ ਪਤਾ ਵੀ ਤੁਸੀਂ ਮਾਣ ਸਨਮਾਨ ਉਹਨਾਂ ਦਾ ਤਾਂ ਕਰ ਹੀ ਦਿਓਗੇ, ਕਿਉਂਕਿ ਜਿਹੜਾ 5 ਸਾਲ ਨਹੀਂ ਆਇਆ ਮਾਣ ਸਨਮਾਨ ਦਾ ਤੁਸੀਂ ਕਰੋਗੇ। ਨਹੀਂ ਉਹ ਮਾਣ ਸਨਮਾਨ ਹੀ ਹੈ ਨਾ ਜੀ, ਫਿਰ ਉਹੀ ਮਾਣ ਸਨਮਾਨ ਹੈ ਨਾ ਜੀ। ਤਾਂ ਦੂਜਾ ਅਕਾਲੀ ਦਲ ਤੋਂ ਮਹਿੰਦਰ ਰਣਵਾ ਜੀ ਲੜ ਰਹੇ ਹੈ। 4.5 ਸਾਲ ਕਾਂਗਰਸ ਦੀ ਰਾਜ ਚ ਫੁੱਲ ਨਜ਼ਾਰੇ ਲਏ, ਆਹੀ 4.5 ਸਾਲ ਪੁਰਾਣੇ ਨਹੀਂ ਕੋਈ। ਤਾਂ 6 ਮਹੀਨੇ ਪਹਿਲਾਂ ਅਕਾਲੀ ਦਲ ਵੱਲੋਂ ਅਕਾਲੀ ਦਲ ਦੀ ਟਿਕਟ ਲੈ ਕੇ ਹੁਣ ਕਹਿੰਦੇ ਵੀ ਅਸੀਂ ਪੰਜਾਬ ਬਚਾਉਣਾ ਹੈ। ਹੁਣ ਕਹਿੰਦੇ ਜੀ ਮੈਂ ਅਕਾਲੀ ਦਲ ਚ ਸਾਨੂੰ ਵੋਟਾਂ ਪਾਓ। ਤਾਂ ਮੇਰੀ ਲੋਕਾਂ ਨੂੰ ਬੇਨਤੀ ਹੁੰਦੀ ਹੈ ਵੀ ਇੱਕ ਪਾਸੇ ਉਹ ਲੀਡਰ ਹੈ ਜਿਹੜੇ 4.5 ਸਾਲ ਪੌਣੇ 5 ਸਾਲ ਫੁੱਲ ਨਜ਼ਾਰੇ ਲੈਂਦੇ ਸਰਕਾਰ ਚ, ਪਰ ਆਪਦੇ ਫਾਇਦੇ ਵਾਸਤੇ 1 ਮਿੰਟ ਨਹੀਂ ਲਾਉਂਦੇ ਪਾਰਟੀ ਬਦਲਣ ਲੱਗੇ। ਤਾਂ ਫਿਰ ਅਸੀਂ 70-75 ਸਾਲਾਂ ਤੋਂ ਇਹਨਾਂ ਤੋਂ ਦੁਖੀ ਹੋਏ ਬੈਠੇ ਆ, ਤਾਂ ਸਾਨੂੰ ਵੀ ਜਿਹੜਾ 1 ਮਿੰਟ ਨਹੀਂ ਲਾਉਣਾ ਚਾਹੀਦਾ। ਇਸ ਵਾਰੀ ਝਾੜੂ ਚੱਕਣ ਲੱਗਿਆ। ਤਾਂ ਹੁਣ ਤੀਜਿਆਂ ਦੀ ਗੱਲ ਕਰਦੇ ਆ। ਜਾਖੜ ਪਰਿਵਾਰ, ਕਾਂਗਰਸ ਪਾਰਟੀ, ਇਹਨਾਂ ਦੇ ਬੋਰਡ ਲੱਗੇ ਆ ਸਾਰੇ ਸ਼ਹਿਰ 'ਚ, ਜਿੱਥੇ ਜਿੱਥੇ ਵੀ ਲੱਗੇ ਆ। ਉਹਦੇ ਉੱਤੇ ਇੱਕ ਲਾਈਨ ਲਿਖੀ ਗਈ ਹੈ ਕਿ ਕੰਮ ਬੋਲਦਾ ਹੈ, ਹਿੰਦੀ 'ਚ ਲਿਖਿਆ ਕਾਮ ਬੋਲਦਾ ਹੈ। ਤਾਂ ਹੁਣ ਮੈਨੂੰ ਉਹਦੇ ਤੇ ਬੜੀ ਹੈਰਾਨੀ ਹੁੰਦੀ ਵੀ ਉਹਦੇ ਤੇ ਲਿਖਿਆ ਕੰਮ ਬੋਲਦਾ ਹੈ। ਹੁਣ ਤੁਸੀਂ ਤਾਂ ਸਾਰੇ ਤਜਰਬੇਕਾਰ ਹੋ ਕਿਉਂਕਿ ਤੁਸੀਂ ਤਾਂ ਆਪਦੇ ਅੱਖੀ ਵੇਖਿਆ। ਚਲੋ ਮੈਂ ਤਾਂ 13-14 ਚ ਲੱਗਿਆ ਰਾਜਨੀਤੀ ਵਾਲੇ ਪਾਸੇ ਆਇਆ, ਇਸ ਤੋਂ ਪਹਿਲਾਂ ਉਮਰ ਵੀ ਛੋਟੀ ਸੀ, ਤਜਰਬਾ ਵੀ ਘੱਟ ਸੀ, ਮੈਨੂੰ ਜ਼ਿਆਦਾ ਨਹੀਂ ਪਤਾ ਸੀ। ਪਰ ਜਿੰਨਾ ਕਿ ਮੈਂ ਸਟੱਡੀ ਕੀਤਾ ਹੈ, ਮੈਂ ਜਾਖੜ ਸਾਹਿਬ ਨੂੰ ਸਵਾਲ ਜ਼ਰੂਰ ਪੁੱਛਦਾ ਹੁੰਦਾ ਵੀ ਜਾਖੜ ਸਾਹਿਬ ਕਿਹੜਾ ਕੰਮ ਬੋਲਦਾ ਹੈ। ਸਭ ਤੋਂ ਪਹਿਲਾਂ ਅਬੋਹਰ ਜ਼ਿਲ੍ਹਾ ਬਣਦਾ ਸੀ। ਜ਼ਿਲ੍ਹਾ ਬਣਨ ਦਾ ਮਤਲਬ ਸੀ ਸਾਰੀਆਂ ਐਡਮਿਨਿਸਟ੍ਰੇਟਿਵ ਪਾਵਰਾਂ ਸਾਡੇ ਹਲਕੇ 'ਚ ਹੋਣੀਆਂ। DC SSP ਸਾਰੇ ਆਫਿਸ ਬੀਅਰ ਸਾਡੇ ਇੱਥੇ ਬੈਠੇ ਹੋਣੇ ਘਰੇ ਸਾਡੇ। ਤੁਸੀਂ ਜ਼ਿਲ੍ਹਾ ਨਹੀਂ ਬਣਨ ਦਿੱਤਾ, ਕੀ ਇਹ ਕੰਮ ਬੋਲਦਾ? ਇੱਥੇ ਭਵਾਨੀ ਕਾਟਨ ਮਿਲ, ਸਪਿਨਿੰਗ ਮਿੱਲਾਂ 10-10 15-15 ਹਜ਼ਾਰ ਬੰਦੇ ਕੰਮ ਕਰਦੇ ਸੀ, ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ। ਸਾਡੇ ਹਲਕੇ ਦੀ ਇਕਨੋਮੀ ਮਜ਼ਬੂਤ ਸੀ ਉਹਦੇ ਨਾਲ। ਤੇ ਕਦੇ ਉਹ ਵੀ ਟਾਈਮ ਸੀ ਜਿੱਥੇ ਤੱਕ ਮੈਂ ਸੁਣਿਆ ਵੀ ਅਬੋਹਰ ਸ਼ਹਿਰ ਪੰਜਾਬ ਦੇ ਨੰਬਰ 1 ਸ਼ਹਿਰਾਂ 'ਚ ਹੁੰਦਾ ਸੀ। ਇਹ ਸਮਾਂ ਸੀ ਤੁਸੀਂ ਉਹ ਸਾਰੀਆਂ ਇੰਡਸਟਰੀਆਂ ਫੈਕਟਰੀਆਂ ਦਾ ਵਿਨਾਸ਼ ਕਰਤਾ। ਕੀ ਇਹ ਕੰਮ ਬੋਲਦਾ ਤੁਹਾਡਾ? 70-75 ਸਾਲਾਂ ਚੋਂ ਪਿਛਲੇ 50 ਸਾਲ, ਪਿਛਲੇ 50 ਹੀ ਬਾਪੂ ਜੀ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਧਿਆਨ ਮਾਰ ਲਿਓ। 1972 ਚ ਸ਼ੁਰੂ ਹੋਇਆ ਸੀ ਇਹਨਾਂ ਦਾ ਕੰਮ। 1972 ਤੋਂ ਲੈ ਕੇ ਆ 22 ਆ ਗਿਆ, 50 ਸਾਲ ਹੋ ਗਏ। 7 ਵਾਰੀ ਇਹ MLA ਬਣੇ ਆ 50 ਸਾਲਾਂ। ਸੱਤੂ ਪਾਂਜਾ 35 ਸਾਲ 50 ਸਾਲਾਂ ਤੋਂ। ਅਰਜੁਨ ਸਿਆਗ, ਰਾਮ ਕੁਮਾਰ ਗੋਇਲ ਤੇ ਅਰੁਣ ਨਾਰੰਗ, 3 ਬੰਦੇ ਜਿੱਤੇ 50 ਸਾਲਾਂ ਚ, ਹੋਰ ਤਾਂ ਕੋਈ ਨਹੀਂ। ਇਹਨਾਂ ਤਿੰਨਾਂ ਚੋਂ ਵੀ ਅਰੁਣ ਨਾਰੰਗ ਵਾਲੇ 5 ਸਾਲ ਇਹਨਾਂ ਦੇ ਖਾਤੇ ਪਾ ਦਿਓ, ਕਿਉਂਕਿ 5 ਸਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਸੱਤਾ 'ਚ ਸੀਗੇ, ਪਾਵਰ 'ਚ ਸੀਗੇ। ਤਾਂ 50 ਸਾਲਾਂ ਚ 40 ਸਾਲ ਰਾਜ ਭੋਗਣ ਤੋਂ ਬਾਅਦ ਇੱਕ ਪਰਿਵਾਰ ਅੱਜ ਬੋਰਡ ਲਾਏ ਆ ਵੀ ਕੰਮ ਬੋਲਦਾ ਹੈ। ਤੇ ਹੁਣ ਮੈਂ ਤੁਹਾਨੂੰ ਪੁੱਛਾਂ ਵੀ ਕਿਹੜੇ ਕਿਹੜੇ ਕੰਮ ਬੋਲਦੇ ਆ? ਪਾਣੀ ਆਉਂਦਾ ਜੀ ਪੀਣ ਵਾਲਾ ਮਹੱਲੇ 'ਚ? ਬੇਸਿਕ ਨੀਡ ਹੈ, ਸਭ ਤੋਂ ਜ਼ਰੂਰੀ ਚੀਜ਼। ਪਾਣੀ ਨਹੀਂ ਆਉਂਦਾ ਨਾ, ਤਾਂ ਹੁਣ ਮੈਂ ਇਹਨਾਂ ਨੂੰ ਪੁੱਛਦਾ ਵੀ ਇਹ ਕੰਮ ਬੋਲਦਾ? ਪੂਰੇ ਸ਼ਹਿਰ 'ਚ ਕਿਸੇ ਮਹੱਲੇ 'ਚ, ਪੂਰੇ ਸਾਰੇ ਪਿੰਡਾਂ 'ਚ, ਪੂਰੇ ਹਲਕੇ 'ਚ ਨਾ ਹੀ ਕੋਈ ਪਿੰਡ ਹੈ ਨਾ ਹੀ ਕੋਈ ਸ਼ਹਿਰ ਹੈ ਜਿੱਥੇ ਪੀਣ ਵਾਲਾ ਪਾਣੀ ਆਉਂਦਾ। ਆਹ ਕੰਮ ਬੋਲਦਾ ਇਹਨਾਂ ਦਾ।
दूजा लोगों की सुरक्षा लिए कितने कैमरे लवाए हैं तुहाडे मुहल्ले च इन्हां ने? अज टैक्नोलॉजी का जमाना है, सब तो जरूरी चीज जिहड़ी बेसिक नीड है असीं आपदे घरां च भी कैमरे लवा लए आपदी सुरक्षा दे लई, पर लोगों की सुरक्षा के लिए जान माल की रक्षा लई इन्हां नूं मैं सवाल करदा भी किन्ने कैमरे लवाए है? जिहड़े मर्जी मुहल्ले च छड्डो, पूरे अबोहर शहर अंदर एक भी सीसीटीवी कैमरा तुहाडी सुरक्षा लई नहीं लग्या। मैं इन्हां नूं पुछदा कि तुहाडा इह काम बोलदा 5 सालां च हर रोज 5 मोटरसाइकिल रोजाना चोरी होए अबोहर शहर के अंदर। तुसीं ला लो 365 गुणा 5 गुणा 5 इन्ने मोटरसाइकिल चोरी होए है। हजे कहते एक काम बोलदा। स्नैचिंग दी घटनावां, गुंडागर्दी पिछले 5 सालां च 10 कतल होए है अबोहर शहर शरेआम। आ काम बोलदा तुहाडी सरकार होने के बावजूद ना तुहाडे तो सिस्टम संभलदा है, ना तुहाडे तो कोई और सिस्टम नूं ऑर्गेनाइज करया जांदा है कि तुहाडा आ काम बोलदा है। 5 साल तहसील कंपलैक्स दे विच मैनूं एक बंदा दस दिओ भी तुसीं रजिस्ट्री कराउण जां काम कराउण गए हो बिना पैसिਆਂ ਤੋਂ करा के लिआए हो, दस दिओ कोई, दस दिओ भी करा के लिआए बिना पैसे ਤੋਂ। शरेआम लुੱਟ होई है, शरेआम लुੱਟ। फीसां रखियां सी भी इन्ने पैसे लगने। मैं इन्हां नूं पुछदा भी तुहाडा इह काम बोलदा है। हुण जे तुसीं सरकार चों 5 साल लोकां दी लुੱਟ होई है, लोकां नूं इह चंगी तरह निचोड़िया गया है, फिर जे तुहानूं पता नहीं फिर ਇਹਦਾ मतलब ਤੁਹਾਡੀ ਨਲਾਇਕੀ है। जे ਤੁਹਾਨੂੰ पता है ਇਹਦਾ मतलब ਤੁਹਾਡੀ ਹਿੱਸੇਦਾਰੀ। यही हो सकता, होर ਤਾਂ कोई नहीं हो सकता। तो फिर ਇਹ ਕੰਮ बोलदा ਤੁਹਾਡਾ 5 साल एक बंदा दस दिओ ड्राइविंग ट्रैक ते लाइसेंस बनवाउण गए होवो ते बिना पैसे दित्ते बनिया होवे। मैं बहुत बार मुद्दा उठाया, बहुत रौला पाया, किसी ने नहीं सुनी, क्योंकि कमीशन जाते हैं जिन्ने इन्हां दे नाल रहिंदे सारे उत्थों पैसे लैके आउंदे शाम नूं भी दिओ किन्ने इकट्ठे कीते है। मैं इन्हां नूं पुछदा कि तुहाडा इह काम बोलदा 5 सालां च ट्रैफिक साडे दा हाल देख लो। पहला शहर होगा मैनूं लगदा पंजाब दा छड्डो, मैनूं तां लगदा इन्हां ने दुनिया दा बनाता। जिहड़े इंजीनियर है वो डिजाइन तैयार करते हैं भी अज ट्रैफिक घट है, अगले 5 10 20 सालों में ट्रैफिक वधना है, वो सड़कों को चौड़िया करने का प्लान तैयार करते भी किवें करांगे ताकि ट्रैफिक जो वधेगा वो लंघ सके। ये पता नहीं मां दे पुत कित्थों पढ़ के आए हैं, इन्हां ने सारियां सड़कों के दोवां पासे 10-10 फुट चौड़े फुटपाथ बनाते। बनाए कि नहीं बनाए? तुसीं ਉਹਦੇ ਨਾਲ ਸੌਖੇ ਹੋਏ ਕਿ ਔਖੇ? ਤੁਸੀਂ ਦੱਸ ਦਿਓ। ਲੰਘਣ ਨੂੰ ਜਗ੍ਹਾ ਰਹਿ ਗਈ ਹੈ ਕਿਤੇ? ਇੱਕ ਬੱਸ ਆ ਜੇ ਦੂਜਾ ਬੰਦਾ ਲੰਘ ਨਹੀਂ ਸਕਦਾ, ਉੱਥੇ ਖੜਿਆ ਰਹਿੰਦਾ ਸਾਰੀ ਦਿਹਾੜੀ। ਤਾਂ ਮੈਂ ਇਹਨਾਂ ਨੂੰ ਪੁੱਛਦਾ ਤੁਹਾਡਾ ਇਹ ਕੰਮ ਬੋਲਦਾ 3 ਫਾਟਕ ਹੈ ਅਬੋਹਰ ਦੇ ਅੰਦਰ, ਸੀਤੋ ਵਾਲਾ, ਠਾਕਰਵਾਦੀ ਵਾਲਾ, ਉਹ ਗੰਗਾ ਨਗਰ ਰੋਡ ਵਾਲਾ। ਲੈ ਉੱਥੇ ਚੱਲ ਜਾਓ, ਜੇ ਫਾਟਕ ਬੰਦ ਹੋ ਗਿਆ 1 ਘੰਟਾ ਉੱਥੇ ਖੜੇ ਰਹਿ ਜਾਓਗੇ ਫਾਟਕ। तो इन्हां तो 5 साल सत्ता च रहने के बावजूद तुहाडे तो फ्लाईओवर नहीं बनाए गए कि तुहाडा इह काम बोलदा? किहड़े मर्जी सवाल का जवाब ले लो, इन्हां कोल जवाब है नहीं। बस हाँ, इन्हां ने आपदे नाल रखे हुए हैं जिन्हां ने 5 साल माल कमाए है, बस वो रखे है ये कहने वास्ते भी साडा जाखड़ सब तो धाकड़ है। काम के नां ते मैं कहना मेरे नाल डिबेट कर लो, शहर वाले एक पासे भालो ते तुसी तुहाडे बाप दादे लीडर सी, तुहाडा सारा परिवार लीडर है 50 साल तो, मेरी उम्र 30 साल की है, मेरा तजर्बा 8 साल का है। मैं इन्हां नूं चैलेंज करदा भी मेरे नाल आके डिबेट कर लैण भी किहड़ा काम बोलदा। जे एक काम साबित कर देण भी इन्हां ने कीता 5 साल 5 छड्डो 50 साल इन्हां ने कीता होवे हल्के 50 साल चों 40 साल सत्ता ते रहण दे बावजूद अज कहण लगे आ भी गलियां बना ते ये 50 साल मैनू नहीं ज्यादा पता, बुजुर्ग बैठे हो, ये 50 ਦੇ 50 साल इन्होंने वोटां कला ये कह के मंगियां भी वोटां पाओ गलियां बना देना ते बनियां अज 50 साल बाद अज जाके किते गलियां बनियां। हुण ये भी तुहानूं दस्सांगा इन्होंने नहीं बनाईयां। मैं चैलेंज करदा, लाइव चली जांदा, मैं इन्हां नूं ठोक के चैलेंज करदा जे दम है आ जाओ लोकां नूं सामने भालो, एक पासे असीं लीडर खड़ जांगे, मैं साबित कर दूं कागजां दे आधार ते भी इन्हां दा एक पैसा नहीं सी, इन्हां ने एक पैसा नहीं लाया, वो सेंट्रल गवर्नमेंट दा पैसा सी। हुण वो भी दसदा किवें आया। ये 2002 तो लैके 17 तक लगातार 15 साल 3 प्लान ये जिते अबोहरों, इन्हां ने डक्का नहीं तोड़िया, एक काम नहीं किया इन्हां ने अबोहरों। उन्हां 15 सालां च अबोहर शहर देश के 10 गंदे शहरां च आया।
ਉਹਨਾਂ ਦਾ 15 ਸਾਲਾਂ ਚ ਹੋਰ ਸ਼ਹਿਰ ਦੇਸ਼ ਦੇ 10 ਗੰਦੇ ਸ਼ਹਿਰਾਂ ਚ ਆ ਗਿਆ। ਜਦੋਂ 10 ਗੰਦੇ ਸ਼ਹਿਰਾਂ ਚ ਆ ਗਿਆ, ਸੈਂਟਰਲ ਗਵਰਨਮੈਂਟ ਨੇ ਸਾਨੂੰ ਇੱਕ ਪ੍ਰੋਜੈਕਟ ਦਿੱਤਾ ਅੰਮ੍ਰਿਤ ਯੋਜਨਾ ਦਾ। ਹੁਣ ਉਹਦੇ ਚ 3 ਚੀਜ਼ਾਂ ਸੀ, ਹੋ ਸਕਦਾ ਤੁਹਾਡੇ ਚੋਂ ਵੀ ਕਿਸੇ ਨੇ ਸਟੱਡੀ ਨਾ ਕੀਤੀ ਹੋਵੇ ਉਹਦੇ ਬਾਰੇ ਡਿਟੇਲ। ਪਹਿਲਾ ਕੰਮ 162 ਕਰੋੜ ਦਾ ਪ੍ਰੋਜੈਕਟ ਸੀ, 18 ਮਹੀਨਿਆਂ ਦਾ ਉਹਦਾ ਟਾਈਮ ਪੀਰੀਅਡ ਸੀ ਕਿ 162 ਕਰੋੜ ਰੁਪਇਆ 18 ਮਹੀਨਿਆਂ ਦੇ ਵਿੱਚ ਲਾਇਆ ਜਾਣਾ ਹੈ। ਲਾਊਗਾ ਕੌਣ? ਦੇਸ਼ ਦੀ ਨੰਬਰ 1 ਕੰਪਨੀ ਸ਼ਾਪੂਰ ਜੀ ਪਾਲੋਂ ਜੀ ਕੰਸਟਰਕਸ਼ਨ ਕੰਪਨੀ ਹੈ, ਜਿਹਨੂੰ ਸੀਵਰੇਜ ਦਾ ਕੰਮ ਆਉਂਦਾ ਹੈ, ਜਿਹਨੂੰ ਪਾਣੀਆਂ ਦੀਆਂ ਪਾਈਪਲਾਈਨਾਂ ਪਾਉਣੀਆਂ ਆਉਂਦੀਆਂ, ਜਿਹਨੂੰ ਇੰਟਰਲੋਕਿੰਗ ਟਾਈਲਾਂ ਹਾਈ ਕੁਆਲਿਟੀ ਦੀਆਂ ਬਣਾ ਕੇ ਚੰਗੀ ਕੁਆਲਿਟੀ ਦੀਆਂ ਸੜਕਾਂ ਬਣਾਉਣੀਆਂ ਆਉਂਦੀਆਂ। ਹੋਇਆ ਕੀ ਸਭ ਤੋਂ ਪਹਿਲੀ ਚੀਜ਼, ਪਹਿਲਾ ਕੰਮ ਸੀ 162 ਕਰੋੜ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪੂਰੇ ਅਬੋਹਰ ਸ਼ਹਿਰ ਦੇ ਅੰਦਰ ਪਾ ਕੇ 18 ਮਹੀਨਿਆਂ ਦੇ ਅੰਦਰ ਅੰਦਰ ਪੂਰੇ ਸ਼ਹਿਰ ਦੇ ਹਰ ਇੱਕ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣਾ। ਦੂਜਾ ਕੰਮ 72 ਕਿਲੋਮੀਟਰ ਸੀਵਰੇਜ ਸਿਸਟਮ ਨਵਾਂ ਪਾਉਣਾ, 2.5 ਫੁੱਟ ਚੌੜੀਆਂ ਪਾਈਪਾਂ, 72 ਕਿਲੋਮੀਟਰ ਇੱਥੋਂ ਲੈ ਕੇ ਜਲਾਲਾਬਾਦ ਜਿੰਨੀ ਦੂਰ 2.5 ਫੁੱਟ ਚੌੜੀਆਂ ਪਾਈਪਾਂ, ਬੰਦਾ ਲੰਘ ਜੇ ਉਹਦੇ ਚੋਂ। ਤੇ ਪਾਇਆ ਕੀ ਹੈ ਉਹ ਚ ਬਾਅਦ ਚ ਗੱਲ ਕਰ। ਤੀਜਾ ਕੰਮ ਸੀ ਇੰਟਰਲੋਕਿੰਗ ਟਾਈਲਾਂ ਵਾਲੀਆਂ ਸੜਕਾਂ ਬਣਾਉਣਾ ਪੂਰੇ ਸ਼ਹਿਰ ਦੇ ਅੰਦਰ, ਪੂਰਾ ਮਟੀਰੀਅਲ ਪਾ ਕੇ। ਪਾਣੀ ਨਹੀਂ ਆਉਂਦਾ ਪੀਣ ਵਾਲਾ, ਤੁਸੀਂ ਦੱਸਤਾ, ਇਹਦਾ ਮਤਲਬ ਕੀ ਹੈ ਵੀ ਜਿਹੜੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪਾਉਣੀ ਸੀ ਉਹ ਹਜਮ ਕਰ ਗਈ। ਆਹੀ ਮਤਲਬ ਹੈ, ਜੇ ਪਾਈ ਹੁੰਦੀ ਤਾਂ ਫਿਰ ਆਉਣਾ ਸੀ ਨਾ। ਕਿਉਂ ਨਹੀਂ ਆਉਂਦਾ? ਕਿਉਂਕਿ ਪਾਈ। ਦੂਜਾ 72 ਕਿਲੋਮੀਟਰ ਸੀਵਰੇਜ ਸਿਸਟਮ 2.5 ਫੁੱਟ ਚੌੜੀਆਂ ਪਾਈਪਾਂ ਨਾਲ ਪਾਉਣਾ। ਤੁਸੀਂ ਮੈਨੂੰ ਦੱਸ ਦਿਓ ਕਿ ਕਿੰਨੇ ਇੰਚੀ ਪਾਈਪ ਪਈ ਇੱਥੇ? 5-6 ਇੰਚੀ, ਉਹ ਵੀ ਪਲਾਸਟਿਕ ਵਾਲੀ। ਲੈ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਕੋਲ ਇਹੋ ਜਿਹੇ ਇੰਜੀਨੀਅਰ ਕਿੱਥੋਂ ਆਏ ਆ ਯਾਰ ਜਿਨ੍ਹਾਂ ਨੇ ਸੀਵਰੇਜ ਪਲਾਸਟਿਕ ਵਾਲੀਆਂ ਪਾਈਪਾਂ ਨਾਲ ਪਾਤਾ? ਦੱਸੋ। ਅਜੇ ਕਹਿੰਦੇ ਇਹ ਕੰਮ ਬੋਲਦਾ ਵੀ ਕੰਮ ਕੀ ਬੋਲਦਾ? ਤੁਸੀਂ ਕੁਝ ਛੱਡਿਆ ਹੀ ਨਹੀਂ ਯਾਰ। ਤੁਸੀਂ ਜਿਹੜਾ ਲੋਕਾਂ ਦਾ 162 ਕਰੋੜ ਰੁਪਇਆ ਆਇਆ ਸੀ, ਤੁਸੀਂ ਉਹ ਸਾਰਾ ਖਿੱਚ ਕੇ ਆਪਦੀਆਂ ਜੇਬਾਂ 'ਚ ਲੈ ਗਏ। ਆਹ ਸੜਕਾਂ ਬਣਾਈਆਂ, ਆ ਜਿੱਥੇ ਆਪਣਾ ਬੈਨਰ ਲੱਗਿਆ ਇਹ ਤੋਂ ਪਿੱਛੇ ਤੁਹਾਡਾ ਤਾਂ ਮੱਲਾ ਹੈ। ਮੈਂ 3 ਵਾਰੀ ਆ ਕੇ ਗਿਆ, ਸੜਕ ਹੈ ਹੀ ਨਹੀਂ, ਸਾਰੇ ਚੈਂਬਰ ਪੱਟੇ ਐ। ਉਵੇਂ ਹੀ ਅੰਕਲ ਕੇ ਠੀਕ ਕਰਤੀਆਂ, ਉਵੇਂ ਆਹ ਹਾਲ ਹੈ। ਤਾਂ ਹੋਇਆ ਕੀ? ਤੀਜਾ ਕੰਮ ਵੀ ਦੱਸਦਾ, ਇੰਟਰਲੋਕਿੰਗ ਟਾਈਲਾਂ ਵਾਲੀਆਂ ਸੜਕਾਂ ਬਣਾਉਣਾ ਸੀ। ਟਾਈਲਾਂ ਇਹਨੇ ਲਾਈਆਂ ਇੰਨੀਆਂ ਮੋਟੀਆਂ, ਤੁਹਾਡੇ ਸਾਹਮਣੇ ਹੈ। ਇੰਨੀਆਂ ਮੋਟੀਆਂ ਟਾਈਲਾਂ ਸੀ ਜਿਹੜੀਆਂ ਹਾਈ ਕੁਆਲਿਟੀ ਦੀਆਂ ਬਣਾ ਕੇ ਲਾਉਣੀਆਂ। ਜਿਹੜੀਆਂ ਟਾਈਲਾਂ ਇਹਨਾਂ ਨੇ ਲਾਈਆਂ 5 ਰੁਪਏ ਦੀ ਇੱਕ ਟਾਈਲ ਬਣਦੀ ਹੈ। 5 ਰੁਪਏ ਦੀ 5 ਰੁਪਏ ਦੀ ਇੱਕ ਟਾਈਲ ਬਣਦੀ ਹੈ। 15 ਰੁਪਏ ਦੇ ਬਿੱਲ ਪਾਸ ਹੋਏ ਆ ਕੱਲੀ ਟਾਈਲ। ਇਹਨਾਂ ਨੇ ਬਿਜ਼ਨਸ ਕੀਤਾ ਹੈ ਕਿ ਜਿੰਨੀਆਂ ਟਾਈਲਾਂ ਵੱਧ ਲੱਗਣਗੀਆਂ ਓਨੇ ਵੱਧ ਪੈਸੇ ਸਾਡੀ ਜੇਬ 'ਚ ਆਉਣਗੇ। ਹੁਣ ਤੁਸੀਂ ਲਾ ਲਓ ਹਿਸਾਬ ਵੀ ਜਿਹੜੀਆਂ ਇਹਨਾਂ ਨੇ ਟਾਈਲਾਂ ਵਿਛਾਈਆਂ ਸਾਰੇ ਸ਼ਹਿਰ 'ਚ, ਕੱਲੀ ਟਾਈਲ ਦੇ ਮਗਰੋਂ 10 ਰੁਪਏ ਇਹਨਾਂ ਦੀ ਸਿੱਧੀ ਜੇਬ 'ਚ ਗਏ ਆ। ਹਿਸਾਬ ਲਾਓ ਕਿੰਨੇ ਖਾ ਗਏ। ਤਾਂ ਜਿਹੜਾ ਇਹ ਟਾਈਲਾਂ ਦੀ ਗੱਲ ਦੱਸਦੇ ਆ ਜਾਂ ਵਿਕਾਸ ਵਾਲੀ ਗੱਲ ਦੱਸਦੇ ਆ, ਉਹ ਸਿਰਫ ਤੇ ਸਿਰਫ ਡਰਾਮਾ ਹੈ। ਇਹਨਾਂ ਨੇ ਲੋਕਾਂ ਦੇ ਮਿਹਨਤ ਦੀ ਕਮਾਈ ਦਾ ਪੈਸਾ ਜਿਹੜਾ ਟੈਕਸ ਦੇ ਰੂਪ 'ਚ ਸਾਨੂੰ ਵਾਪਸ ਮਿਲਿਆ ਸੀ, ਉਹ ਇਹਨਾਂ ਨੇ ਉਹ ਸਾਰਾ ਲੁੱਟ ਕੇ ਆਪਦੀਆਂ ਜੇਬਾਂ 'ਚ ਪਾ ਲਿਆ। ਤੇ ਜਿਹੜੇ 5 ਸਾਲ ਪਹਿਲਾਂ ਇਹਨਾਂ ਦੇ ਨਾਲ ਵਾਲੇ ਸਕੂਟਰਾਂ ਤੇ ਹੁੰਦੇ ਸੀ ਨਾ, ਅੱਜ ਉਹ ਮਾਲਕ ਹੈ, ਕਿਸੇ ਦੇ ਪੈਲਸ ਬਣ ਗਏ, ਕਿਸੇ ਦੀ ਕਲੋਨੀ ਬਣ ਗਈ। ਆਹ ਕੰਮ ਤੇ ਲੋਕ 5 ਸਾਲ ਪਹਿਲਾਂ ਜਿੱਥੇ ਖੜੇ ਸੀ ਅੱਜ ਨਜ਼ਰ ਮਾਰ ਕੇ ਵੇਖ ਲਿਓ, ਉਹ ਤੋਂ ਥੱਲੇ ਖੜੇ ਨਜ਼ਰ ਆਉਂਗੇ। ਇਹਨੂੰ ਕਹਿੰਦੇ ਕੰਮ ਬੋਲ। ਤਾਂ ਭਾਈ ਮੈਂ ਤਾਂ ਤੁਹਾਡਾ ਬੱਚਾ ਛੋਟਾ, ਮੈਂ ਤੁਹਾਡੇ ਤੋਂ ਮੇਰਾ ਤਜਰਬਾ ਵੀ ਛੋਟਾ ਹੈ, ਪਰ ਜਿੰਨੀ ਕੁ ਮੈਨੂੰ ਸਮਝ ਹੈ, ਮੈਂ ਬੀਟੈਕ ਇਲੈਕਟ੍ਰੀਕਲ ਚ ਮੈਂ ਬਹੁਤ ਕੁਝ ਪੜ੍ਹਿਆ, ਮੈਂ ਬਹੁਤ ਕੁਝ ਦੇਖਿਆ। ਆਰਟੀਆਈ ਦਾ ਸਾਰਾ ਡਾਟਾ ਮੇਰੇ ਕੋਲ ਕਿੱਥੇ ਕੀ ਹੋਇਆ, ਮੈਨੂੰ ਇਹ ਵੀ ਪਤਾ ਨਗਰ ਨਿਗਮ ਦੀ ਕਮਾਈ ਕਿੰਨੀ ਹੈ। ਹੁਣ ਇੱਕ ਉਹ ਵੀ ਦੱਸ ਦਿੰਦਾ, ਇਹ ਡਰਾਮਾ ਕਰਦੇ ਐ, ਕੰਮ ਕੋਈ ਕਰਿਆ ਨਹੀਂ। ਦੱਸਣ ਨੂੰ 2 ਹੀ ਚੀਜ਼ਾਂ ਰਹਿ ਗਈਆਂ ਸੀ। ਇੱਕ ਵਿਕਾਸ ਕਹਿੰਦੇ ਵੀ ਟਾਈਲਾਂ ਲਾਤੀਆਂ, ਉਹ ਮੈਂ ਤੁਹਾਨੂੰ ਦੱਸਤਾ ਵੀ ਵਿਕਾਸ ਕਿਹਦਾ ਹੋਇਆ, ਆਪਣਾ ਹੋਇਆ ਕਿ ਇਹਨਾਂ ਦੇ ਨਾਲ ਵਾਲਿਆਂ ਦਾ ਹੋਇਆ। ਦੂਜਾ, ਹੁਣ ਜਦੋਂ ਕੁਝ ਦੱਸਣ ਨੂੰ ਨਹੀਂ ਰਿਹਾ, ਤੁਸੀਂ ਵੇਖਿਆ ਹੋਣਾ ਸਾਰੇ ਸ਼ਹਿਰ 'ਚ ਬੱਠਲ ਚੱਕਦਿਆਂ ਦੀਆਂ ਫੋਟੋਆਂ ਲਵਾਤੀਆਂ ਵੀ ਅਜੇ ਵੀ ਸਾਨੂੰ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੇ ਆ ਵੀ ਇੱਕ ਰਾਜੇ ਰਜਵਾੜੇ ਪਰਿਵਾਰ ਦਾ ਮੁੰਡਾ ਬੱਠਲ ਚੱਕੀ ਜਾਂਦਾ, ਸਾਨੂੰ ਵੋਟਾਂ ਪਾਓ। ਵੀ ਬੱਠਲ ਚੱਕ ਕੇ ਸਾਨ ਕੀਤਾ ਸਾਡੇ ਤੇ।
ਜਿਹੜੇ ਕੰਮ ਤੁਹਾਡੇ ਕਰਨ ਵਾਲੇ ਸੀ, ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਸੀ, ਉਹਦਾ ਤੁਸੀਂ ਕੋਈ ਕਰਿਆ ਨਹੀਂ। ਪਾਣੀ ਤੁਹਾਡੇ ਤੋਂ ਨਹੀਂ ਲਿਆਂਦਾ ਗਿਆ, ਕੈਮਰੇ ਤੁਹਾਡੇ ਤੋਂ ਨਹੀਂ ਲਵਾਏ ਗਏ, ਆਫਿਸ ਦੇ ਵਿੱਚ ਗਵਰਨੈਂਸ ਨੂੰ ਠੀਕ ਤੁਹਾਡੇ ਤੋਂ ਨਹੀਂ ਕੀਤਾ ਗਿਆ, ਕੈਮਰੇ ਤੁਹਾਡੇ ਤੋਂ ਨਹੀਂ ਲੱਗੇ, ਟ੍ਰੈਫਿਕ ਤੁਹਾਡੇ ਤੋਂ ਠੀਕ ਨਹੀਂ ਹੋਇਆ, ਮਸਲਾ ਕੋਈ ਤੁਹਾਡੇ ਤੋਂ ਹੱਲ ਹੋਇਆ ਨਹੀਂ। ਤੁਸੀਂ ਹੁਣ ਇਹ ਦੱਸੋ ਵੀ ਦੇਖੋ, ਜਿਹੜਾ ਵੀ ਬੰਦਾ ਸੱਤਾ 'ਚ ਹੁੰਦਾ ਹੈ ਉਹਦਾ ਕੰਮ ਬੱਠਲ ਚੱਕਣਾ ਨਹੀਂ ਹੁੰਦਾ, ਉਹਦਾ ਕੰਮ ਹੁੰਦਾ ਸਿਸਟਮ ਨੂੰ ਚਲਾਉਣਾ, ਸਿਸਟਮ ਨੂੰ ਡਿਜ਼ਾਈਨ ਕਰਨਾ ਜਿਹੜਾ ਆਪਣੇ ਆਪ ਕੰਮ ਕਰੇ। ਪਰ ਇਹਨਾਂ ਨੇ ਉਹ ਨਹੀਂ ਕਰਿਆ, ਡਰਾਮੇ ਕਰਦੇ ਆ, ਦਿਖਾਵੇ ਕਰਦੇ ਆ। ਤੁਸੀਂ ਹੋਰ ਹੈਰਾਨ ਹੋ ਜਾਓਗੇ, ਇਹ ਕਹਿੰਦੇ ਅਸੀਂ ਬੱਠਲ ਚੱਕੀਏ, ਪਰ ਜਿਨ੍ਹਾਂ ਵਿਚਾਰਿਆਂ ਦਾ ਕੰਮ ਬੱਠਲ ਚੱਕਣ ਦਾ ਹੈ, 150-200 ਸਫਾਈ ਸੇਵਕ ਹੈ, ਉਹਨਾਂ ਨੂੰ 1 ਸਾਲ ਦੀ ਤਨਖਾਹ ਨਹੀਂ ਮਿਲੀ, ਜਿਨ੍ਹਾਂ ਦਾ ਬੱਠਲ ਚੱਕਣ ਦਾ ਕੰਮ ਹੈ। ਤੇ ਇਹ ਡਰਾਮੇ ਕਰਦੇ ਆ ਵੀ ਅਸੀਂ ਬੱਠਲ ਚੱਕਦੇ। ਹੁਣ ਇਹਦਾ ਮਤਲਬ ਇਹ ਹੈ ਵੀ ਜੇ ਬੱਠਲ ਨਹੀਂ ਚੱਕਣਗੇ ਤਾਂ ਫਿਰ ਸ਼ਹਿਰ ਗੰਦਾ ਹੋ ਜਾਊਗਾ। ਪਹਿਲੀ ਗੱਲ ਤਾਂ ਸਾਫ਼ ਹੀ ਕਿਹੜਾ ਹੋਇਆ ਜਿਹੜਾ ਗੰਦਾ ਹੋਇਆ। ਤਾਂ ਹਾਲ ਹੈ। ਤਾਂ ਭਾਈ ਤੁਹਾਨੂੰ ਬੇਨਤੀ ਕਰਨ ਆਏ ਆ ਵੀ ਹੁਣ ਇਸ ਵਾਰੀ ਤਕੜੇ ਹੋ ਕੇ ਸਾਥ ਦਿਓ। ਇਹ ਗੱਲ ਇਹਨਾਂ ਦੀ ਸੀ। ਇਹ ਵੀ ਗੱਲ ਸਹੀ ਹੈ। ਤਾਂ ਅੰਕਲ ਇਹ ਗੱਲ ਤੁਸੀਂ ਕਰ ਸਕਦੇ ਹੋ, ਮੈਂ ਨਹੀਂ ਕਹਿ ਸਕਦਾ, ਚੰਗਾ ਨਹੀਂ ਲੱਗਦਾ। ਇਹ ਤੁਸੀਂ ਕਹਿ ਸਕਦੇ ਹੋ ਲੋਕਤੰਤਰ 'ਚ ਲੋਕ ਵੱਡੇ ਆ, ਲੋਕਤੰਤਰ 'ਚ ਲੋਕ ਵੱਡੇ ਆ, ਤੁਸੀਂ ਕੁਝ ਵੀ ਕਹਿ ਸਕਦੇ ਹੋ। ਪਰ ਮੈਂ ਇੱਕ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਕਾਰਨ ਇਹ ਗੱਲ ਕਹਿ ਨਹੀਂ ਸਕਦਾ। ਮੈਂ ਹਮੇਸ਼ਾ ਸਮਝਦਾ ਵੀ ਗੱਲ ਚੰਗੀ ਭਾਸ਼ਾ 'ਚ, ਮਰਿਆਦਾ 'ਚ ਤੇ ਤੱਥਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਝੂਠੇ ਨਾ ਪਾਓ। ਤਾਂ ਮੈਂ ਉਹੀ ਗੱਲ ਕਰਦਾ ਜਿਹੜੀ ਤੱਥਾਂ ਤੇ ਆਧਾਰਿਤ ਹੈ। ਮੈਂ ਜਿੰਨੀਆਂ ਗੱਲਾਂ ਕਹੀਆਂ ਉਹਦੇ 'ਚ ਇੱਕ ਵੀ ਝੂਠ ਨਹੀਂ, ਹਰ ਇੱਕ ਚੀਜ਼ ਨੂੰ ਮੈਂ ਸਾਬਤ ਕਰ ਸਕਦਾ ਵੀ ਇੱਥੇ ਲੁੱਟ ਹੋਈ ਹੈ। ਤਾਂ ਇਹ ਇਹਨਾਂ ਦਾ ਕੰਮ ਸੀ। ਵੈਸੇ ਜਿਹੜੀ ਰਾਜਨੀਤੀ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ ਉਹਦਾ ਇਹ ਹਿੱਸਾ ਨਹੀਂ ਵੀ ਅਸੀਂ ਇਹਨਾਂ ਦੀ ਨਿੰਦਿਆ ਕਰੀਏ, ਪਰ ਦੱਸਣਾ ਜ਼ਰੂਰ ਪੈਂਦਾ ਕਿਉਂਕਿ ਅਸੀਂ ਕਈ ਵਾਰੀ ਭੁੱਲ ਜਾਂਦੇ ਆ। ਕਿਉਂਕਿ ਜਦੋਂ ਕਈ ਵਾਰੀ ਕਿਸੇ ਚੀਜ਼ ਦੀ ਬਸ ਐਡ ਹੀ ਹੋਈ ਜੇ ਨਾ ਵੀ ਐ ਹੋ ਗਿਆ, ਫਿਰ ਅਸੀਂ ਕਈ ਵਾਰੀ ਸੋਚਣ ਲੱਗ ਜਾਂਦੇ ਵੀ ਸ਼ਾਇਦ ਯਾਰ ਐਂ ਹੀ ਹੋ ਗਿਆ ਹੋਵੇ, ਪਰ ਏਦਾਂ ਦਾ ਹੋਇਆ ਨਹੀਂ ਕੁਝ। ਮੈਂ ਤਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਸੀ। ਤਾਂ ਜਿਹੜਾ ਆਮ ਆਦਮੀ ਪਾਰਟੀ ਦਾ ਪਲਾਨ ਹੈ ਉਹ ਡਿਫਰੈਂਟ ਹੈ। ਉਹਦੇ 'ਚ ਸਭ ਤੋਂ ਪਹਿਲਾਂ ਜਨਰਲ ਵਰਗ ਵਾਸਤੇ 5 ਗਰੰਟੀਆਂ ਦਿੱਤੀਆਂ ਗਈਆਂ। ਜਨਰਲ ਦਾ ਮਤਲਬ ਆਮ ਲੋਕਾਂ ਵਾਸਤੇ 5 ਗਰੰਟੀਆਂ ਦਿੱਤੀਆਂ ਗਈਆਂ ਕਿਉਂਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਸਾਹਿਬ, ਆਮ ਆਦਮੀ ਪਾਰਟੀ ਦੀ ਟੀਮ ਇਹ ਚਾਹੁੰਦੀ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਕੀਤੀ ਜਾਵੇ ਤੇ ਉਹਨਾਂ ਦੇ ਘਰੇ ਜਿਹੜੀ ਰੋਟੀ ਹੈ ਉਹ ਪੱਕਦੀ ਕੀਤੀ ਜਾਵੇ, ਸਭ ਤੋਂ ਪਹਿਲਾਂ ਕੰਮ। ਹੁਣ ਕਈ ਵਾਰੀ ਇਹ ਹੁੰਦਾ ਵੀ ਅਸੀਂ ਸਾਰੇ ਬੈਠੇ ਆ, ਸਾਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਸਮੱਸਿਆ ਨਹੀਂ, ਪਰ ਦੇਖੋ ਜਿੱਥੇ ਅਸੀਂ ਹੈ ਅਸੀਂ ਆਪਦੇ ਤੋਂ ਉੱਪਰ ਵਾਲੇ ਨੂੰ ਦੇਖਦੇ ਆ ਸਾਰੇ, ਕਈ ਵਾਰੀ ਆਪਾਂ ਆਪਦੇ ਤੋਂ ਥੱਲੇ ਵਾਲੇ ਨਹੀਂ ਦੇਖਦੇ। ਤਾਂ ਬਹੁਤ ਬੰਦੇ ਇਹੋ ਜਿਹੇ ਸਮਾਜ 'ਚ ਮਿਲ ਜਾਣਗੇ ਜਿਨ੍ਹਾਂ ਦੇ ਘਰੇ ਸੱਚੀਓ ਰੋਟੀ ਪੱਕਦੀ। ਤਾਂ ਪਾਰਟੀ ਦਾ ਪਲਾਨ ਹੈ ਕਿ ਪਹਿਲਾਂ ਲੋਕਾਂ ਦੇ ਘਰੇ ਰੋਟੀ ਪੱਕਦੀ ਕਰੋ, ਇਹ ਵੀ ਜ਼ਰੂਰੀ ਹੈ। ਦੂਜਾ, ਅੱਜ ਜਦੋਂ ਮੈਂ ਪਹਿਲੀ ਗੱਲ ਕਰਦਾ ਉਹ ਤੋਂ ਬਾਅਦ ਨੌਜਵਾਨ ਇਹ ਸੋਚਦੇ ਵੀ ਸਾਡੀ ਗੱਲ ਨਹੀਂ ਹੋਈ, ਤਾਂ ਉਹਨਾਂ ਵਾਸਤੇ ਰੁਜ਼ਗਾਰ ਵੀ ਜ਼ਰੂਰੀ ਹੈ। ਤੀਜੀ ਗੱਲ, ਜਿਹੜੇ ਸਾਡੇ ਵਪਾਰੀ ਵਰਗ ਹੈ, ਜਿਹੜੇ ਸਾਡੇ ਇੰਡਸਟਰੀਲਿਸਟ ਹੈ, ਜਿਹੜੇ ਜਿਨ੍ਹਾਂ ਨੇ ਕਾਰੋਬਾਰੀ ਹੈ, ਜਿਹੜੇ ਉਹ ਵੀ ਬਹੁਤ ਜ਼ਰੂਰੀ ਹੈ, ਸਮਾਜ ਦਾ ਇੰਪੋਰਟੈਂਟ ਹਿੱਸਾ ਹੈ। ਕਿਉਂਕਿ ਜਿਹੜੀ ਬੇਰੁਜ਼ਗਾਰੀ ਹੈ ਉਹ ਵਪਾਰੀ ਨਾਲ ਜੁੜੀ ਹੋਈ ਹੈ। ਕਿਉਂਕਿ ਜੇ ਵਪਾਰੀ ਜਦੋਂ ਉਹਦਾ ਵਪਾਰ ਵਧੀਆ ਚੱਲੂਗਾ, ਕਾਰੋਬਾਰ ਵਧੀਆ ਚੱਲੂਗਾ, ਜਿਹੜੇ ਬੱਚੇ ਬੇਰੁਜ਼ਗਾਰ ਹੈ ਉਹ ਆਪਦੇ ਨਾਲ ਲੈ ਕੇ ਉਹਨਾਂ ਨੂੰ ਕੰਮ ਦੇਣਗੇ। ਤਾਂ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਹੈ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀਆਂ 5 ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ, ਪਹਿਲੀ ਗਰੰਟੀ ਦਿੱਤੀ ਹੈ, ਅੰਕਲ ਵਾਲੀ ਗੱਲ ਕਰ ਲੈਂਦੇ ਆ, ਉਸ ਤੋਂ ਬਾਅਦ ਮੈਂ ਦੱਸਦਾ। 4.5 ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਰਹੇ, ਝੂਠੀਆਂ ਸੌਹਾਂ ਖਾਧੀਆਂ, ਚਾਹੇ ਨਸ਼ੇ ਦੀ ਹੋਵੇ, 52,000 ਸ਼ਗਨ ਸਕੀਮ ਦੇਣ ਦੀ ਹੋਵੇ, 2500 ਬੁਢਾਪਾ ਪੈਨਸ਼ਨ ਦੇਣ ਦੀ ਗੱਲ ਹੋਵੇ, ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ। ਉਹ ਤੋਂ ਬਾਅਦ ਕਾਂਗਰਸ ਨੂੰ ਲੱਗਿਆ ਵੀ ਜੇ ਕੈਪਟਨ ਦੇ ਨਾਂ ਤੇ ਚੋਣਾਂ ਲੜਾਂਗੇ ਤਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਉਹਨਾਂ ਨੇ ਉਹਨੂੰ ਬਦਲ ਕੇ ਇੱਕ ਡਰਾਮਾ ਖੇਡਿਆ, ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਗਿਆ। ਚੰਨੀ ਸਾਹਿਬ ਪੂਰੀ ਲਿਸਟ ਤਿਆਰ ਕਰਕੇ ਲਿਆਏ ਵੀ ਹਰ ਰੋਜ਼ ਕਿਹੜਾ ਨਵਾਂ ਝੂਠ ਬੋਲਣਾ ਹੈ। ਉਹਨਾਂ ਨੇ ਸ਼ੁਰੂ ਕਰਿਆ ਵੀ ਰੇਤਾ 5 ਰੁਪਏ ਸਕੁਅਰ ਫੁੱਟ ਕਰਤਾ। ਉਹ ਕਹਿੰਦੇ ਜੀ ਬਿਜਲੀ ਦੇ ਸਾਰੇ ਬਿੱਲ ਮਾਫ ਕਰਤੇ। ਉਹ ਕਹਿੰਦੇ ਬਿਜਲੀ ਦੇ ਰੇਟ ਘਟਾਤੇ। ਫਿਰ ਉਹ ਕਹਿੰਦੇ 36,000 ਮੁਲਾਜ਼ਮ ਪੱਕੇ ਕਰਤੇ।
फिर वो कहते 1158 असिस्टेंट प्रोफैसर भी पक्के करते। तो मतलब उन्होंने जिन्नियां भी गल्लां कहियां वो सारे झूठ निकले। एक भी बंदा ज्वाइन नहीं कराया उन्होंने 3-4 महीनों च। जिन्ने टेस्ट कांग्रेस की सरकार के पिछले 6 महीनों से कंडक्ट किए गए, कोई भी भर्ती पूरी नहीं हुई, सारियां पेंडिंग। कोई भ्रष्टाचार होने करके कोर्ट चल गई, कई इन्होंने आप ही रिटा लवा के स्टे करवा दियां। तो इन्होंने आ सारा कुछ किया, ये सारा तुसी सारे समझते हो। तो आम आदमी पार्टी 5 गारंटियां लैके लोगों के विच आई है। सब तो पहला कि सरकार बनने तो बाद बिजली 600 यूनिट मुफ्त 2 महीनों की हर एक परिवार को दी जाएगी। दूजा, आम आदमी पार्टी की सरकार आने तो बाद जिन्ना हैल्थ है, जिन्ना साडी सेहत सेवावां है, वो सारियां बिल्कुल मुफ्त कर दी जाणगियां। इलाज ते लोकां नूं पैसे नहीं खर्चने पैणे, सरकार दिया करूगी टैक्स के पैसों के। तीजा, जिहड़ी एजुकेशन है, साडा संविधान भी ये कहता भी जिहड़ा एजुकेशन है उन्होंने कोई एज ए बिजनेस नहीं यूज कर सकता, उन्होंने एज ए बिजनेस नहीं चला सकता। पर साडे तुसीं हैरान हो जाओगे भी इत्थे जिहड़ा एजुकेशन है ये बिजनेस के रूप में चल रहा है। लोग उहदे तो कमाई करन लग गए मोटियां फीसां बना के। तो आम आदमी पार्टी की सरकार बनने तो बाद प्राइवेट तो वधिया स्कूल बना के, प्राइवेट तो वधिया लैवल पढ़ाई का करके सारी पढ़ाई मुफ्त की जाऊगी बच्चों को। टीचर दी ट्रेनिंग दूसरे देशों के वड्डियां कंट्री के लगवाइयां जाणगियां, ताकि ਜਿਹੜੇ टीचर परेशान है, सैलरियां घट है, गैसट टीचर है, उन्होंने मसले हल किए जाएंगे। ताकि मैं ये समझदा कि जिन्नी देर एक टीचर खुश नहीं हो सकता उदों तक चंगे समाज की सिरजना नहीं की जा सकती। क्योंकि साडे बच्चों को जे किसी ने समझा बुझा के चंगे काबिल बनाना है तो वो एक टीचर है माँ बाप तो बाद। तो अज साडे टीचर धरने ते बैठे हैं, बड़ी शर्मनाक गल है। तो की किया जाऊगा। चौथी, एक माता भैनों लई आम आदमी पार्टी ने गारंटी दी है कि 1000 रुपया उन्होंने प्रति महीना दिता जाऊगा। पंजवीं, जे कोई मुलाजम या फौजी वीर कोई शहीद हो जाता है तो वो परिवार को 1 करोड़ रुपया 24 घंटिया के जोड़ा भी मुख्यमंत्री बनेगा वो घरे आके दूगा, ताकि किसी शहीद का परिवार दर दी ठोकर ना करे। तो ये 5 गारंटियां हैं जिहड़ियां आम आदमी पार्टी ने दित्तियां। सारा काम ये करना, हैल्थ, एजुकेशन, बिजली, पीने वाला पानी घर घर पहुंचाना है। तो ये चीज़ों से काम करना। अपनी जी राजनीति है बदलाखोरी की बिल्कुल नहीं होगी। हाँ भी उन्हें साडे नाल धक्का किया जी 5 साल पहला तो साडी सरकार आ गई असीं उहदे नाल करांगे, नहीं, ये करने वास्ते आपां राजनीति च नहीं आए। तो 4-5 चीज़ां असीं अपने वालों एक मैनीफेस्टो बना रहे हैं शहर के अंदर, जिहड़ा असीं अगले 4-5 दिनों के विच जारी करांगे। उहदे विच सब तो पहली इंपोर्टेंट चीज़ है, बेसिक नीड है जिहड़ी शहर के लोगों की, कि पीने वाला पानी। तो 1 साल के अंदर अंदर पीने वाला पानी बोर शहर के हर एक सिद्दे तक पहुंचाया जाऊगा। दूजा, CCTV कैमरे, चोरियां बहुत बढ़ गई, वारदात बहुत बढ़ गई, माहौल बहुत खराब है। तो उन्होंने ठीक करने वास्ते हर चौंक चौराहे के जिहड़े कैमरे है वो 6 महीनों तो साल के अंदर अंदर पूरे बोर शहर के विच लगवाए जाएंगे। तो तीजा जिहड़ा है राशन है, जिहड़ा लोग बड़े खज्जल होंदे हैं, उन्होंने सारी सारी दिहाड़ी लाइनां च खड़ना पैंदा राशन लियाउण वास्ते। तो साल 6 महीनों के अंदर अंदर होम डिलीवरी जी राशन की वो की जाया करेगी, लोगों को लाइनां च ना लगना पवे, राशन घर तक आवे, तो होम डिलीवरी जी सुविधा वो दी जाऊगी। चौथा, असी निगाह मारी है कि वोट शहर के अंदर जी राजनीति है बड़ी गंदी रही है। झूठे पर्चे ਵੱਡੇ ਲੈਵਲ ਤੇ ਹੋਏ ਤੇ ਲੋਕਾਂ ਦੇ ਘਰਾਂ ਦੇ ਘਰ ਉਜੜ ਗਏ ਉਹਨਾਂ ਪਰਚਿਆਂ ਦੀਆਂ ਤਰੀਕਾਂ ਭੁਗਤਦਿਆਂ ਦੀਆਂ। ਤਾਂ ਇਹ ਅਨਾਉਂਸਮੈਂਟ ਮੇਰੇ ਵੱਲੋਂ ਹੈ, ਕੋਈ ਕਾਲੀ ਹੈ, ਕਾਂਗਰਸੀ ਹੈ, ਚਾਹੇ BJP ਵਾਲਾ, ਕਿਸੇ ਦੇ ਵੀ ਝੂਠਾ ਪਰਚਾ ਹੋਇਆ ਹੋਵੇ ਰਾਜਨੀਤਿਕ ਦਬਾਅ ਦੇ ਚੱਲਦਿਆਂ 10 ਮਾਰਚ ਨੂੰ ਰਿਜ਼ਲਟ ਆਉਣਾ ਹੈ, 11 ਮਾਰਚ ਨੂੰ ਇਨਕੁਆਇਰੀ ਵਾਲੀ ਅਰਜੀ ਉਹ ਵੀ ਲਾ ਦੇਵੇ ਜਿਹੜੀ ਵੀ ਪਾਰਟੀ ਦਾ ਹੈ, 11 ਅਪ੍ਰੈਲ ਤੋਂ ਪਹਿਲਾਂ ਉਹ ਝੂਠਾ ਪਰਚਾ ਕੈਂਸਲ ਕਰਾਉਣ ਦੀ ਜ਼ਿੰਮੇਵਾਰੀ ਸਾਡੀ। क्योंकि धक्का धक्का ही है, भावें तगड़े नाल होवे भावें माड़े नाल होवे। आपां चंगे समाज की सिरजना करनी है, सारिआं नूं नाल लैके चलना, वंडियां नहीं पाउणीआं। मैं इत्थों तक अनाउंसमेंट की है, जिहड़ी अनाउंसमेंट करने वास्ते जिगरा बहुत वड्डा चाहिदा है कि भावें कोई काली है, कांग्रेसी, BJP वाला, भावें कोई किहदे वास्ते भी वोटां मंगी जांदा है, जे तुहाडा इह भरा तुहाडा इह पुੱਤ जित के विधान सभा च जांदा है तां उह तों बाद भावें कोई काली, कांग्रेसी, BJP वाला भी जे सही काम लैके मेरे दफ्तर आऊगा तो मैं वादा करना भी मैं खाली नहीं मोड़ांगा, करके तोरिया करूंगा।
ਤਾਂ ਅਸੀਂ ਇਹੋ ਜਿਹਾ ਮਾਡਲ ਦੇਣਾ ਚਾਹੁੰਦੇ ਆ ਕਿ ਲੋਕਾਂ ਨੂੰ ਲੱਗੇ, ਮਤਲਬ ਅੱਜ ਅਸੀਂ ਕਹਿੰਦੇ ਆ ਬਦਲਾਅ, ਤਾਂ ਕੱਲਾ ਬਦਲ ਨਹੀਂ ਵੀ ਉਹਨਾਂ ਨੂੰ ਢਾਹ ਕੇ ਉਹਨਾਂ ਨੂੰ ਬਣਾਤਾ ਕੰਮ ਸਾਰਾ ਉਹੀ ਚੱਲੇ, ਨਹੀਂ, ਬਦਲਾਅ ਸੱਚਮੁੱਚ ਆਵੇ ਜਿਹੜਾ ਦਿਖੇ ਵੀ ਫਰਕ ਹੈ। ਅਸੀਂ ਇਸ ਗੱਲ ਦੀ ਵੀ, ਮੈਂ ਇਹ ਤੁਹਾਡਾ ਭਰਾ ਪੁੱਤ ਤੁਹਾਡੇ ਨਾਲ ਵਾਅਦਾ ਕਰਦਾ ਵੀ ਲੋਕ ਇਸ ਗੱਲ ਨੂੰ ਬੜੇ ਪਰੇਸ਼ਾਨ ਹੈ, ਕਹਿੰਦੇ ਬਾਈ ਮਿਲੋਗੇ ਕਿੱਥੇ, ਕਿ ਉਹਨਾਂ ਵਾਂਗੂ ਕਰੋਗੇ। ਤਾਂ ਤੁਹਾਡੇ ਇਸ ਭਰਾ ਦੀ ਪੁੱਤ ਦੀ ਤੁਹਾਡੇ ਨਾਲ ਇੱਕ ਗਰੰਟੀ ਹੈ, ਪ੍ਰਮਾਤਮਾ ਨੂੰ ਸਾਖੀ ਮੰਨ ਕੇ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ, 1-2 ਦਿਨ ਮੈਨੂੰ ਲੱਗਦਾ ਚੰਡੀਗੜ੍ਹ ਜਾਣਾ ਪੈਂਦਾ, ਉੱਥੇ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ, ਜੇ ਮੇਰੀ ਡਿਊਟੀ ਉੱਥੇ ਲੱਗਦੀ ਤਾਂ ਉਹ ਜਾਣਾ ਪੈਂਦਾ ਹਰ ਇੱਕ ਐਮਐਲਏ ਨੂੰ। ਹਫ਼ਤੇ ਦੇ ਵਿੱਚ 3 ਜਾਂ 4 ਦਿਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਬੋਹਰ ਦੇ ਵਿੱਚ ਦਫ਼ਤਰ ਬਣਾ ਕੇ ਬੈਠਿਆ ਕਰਾਂਗੇ, ਜਿੱਥੇ ਕੋਈ ਮਰਜ਼ੀ ਬੰਦਾ ਸਿੱਧਾ ਜਾ ਕੇ ਮਿਲਿਆ ਕਰੂ, ਕਿਸੇ ਨੂੰ ਵਿਚੋਲਾ ਪਾਉਣ ਦੀ ਲੋੜ ਨਹੀਂ। ਆਮ ਆਦਮੀ ਪਾਰਟੀ ਜਿੰਦਾਬਾਦ। ਤਾਂ ਏਦਾਂ ਦਾ ਸਿਸਟਮ ਬਣਾਉਣਾ ਚਾਹੁੰਦੇ ਹਾਂ ਕਿ ਲੋਕ, ਅੱਜ ਤੁਸੀਂ ਇੰਨਾ ਮਾਨ ਸਨਮਾਨ ਦਿੰਦੇ ਹੋ, ਇੱਕ ਪਾਸੇ ਉਹ ਲੀਡਰ ਹੈ ਜਿਨ੍ਹਾਂ ਨੂੰ ਅੱਜ ਚਾਹ ਵੀ ਧੱਕੇ ਨਾਲ ਰੱਖਣੀ ਪੈਂਦੀ, ਕਿਸੇ ਦੇ ਘਰੇ ਵੀ ਬਾਈ ਖਰਚਾ ਅਸੀਂ ਦਿਆਂਗੇ, ਚਾਹ ਰੱਖ ਲਓ ਸਾਡੀ, ਆਹ ਕੁਝ ਚੱਲੀ ਜਾਂਦਾ ਲੋਕ ਦੱਸਦੇ। ਇੱਕ ਪਾਸੇ ਅਸੀਂ ਹੈ, ਭਾਵੇਂ ਹੋ ਸਕਦਾ ਹੈ ਕਿ ਮੇਰੇ ਲਈ ਨਹੀਂ, ਇਹ ਇੱਜ਼ਤ ਮਾਨ ਸਤਿਕਾਰ ਅਰਵਿੰਦ ਕੇਜਰੀਵਾਲ ਜੀ ਦੀ ਹੋਵੇ ਜਿਨ੍ਹਾਂ ਨੇ ਕੰਮ ਕਰਕੇ ਦਿਖਾਇਆ, ਪਰ ਜਿਹੜਾ ਮਾਨ ਸਨਮਾਨ ਤੁਸੀਂ ਦਿੰਦੇ ਹੋ, ਅਸੀਂ ਇਹ ਨਹੀਂ ਵੀ ਹੁਣ 5 ਸਾਲਾਂ ਬਾਅਦ ਗਾਲਾਂ ਖਾਈਏ, ਜਿਹੜੀ ਗੱਲ ਅੰਕਲ ਨੇ ਕਹੀ ਹੈ ਉਹਦੇ ਵਾਸਤੇ ਨਹੀਂ ਰਾਜਨੀਤੀ ਚਾਹੀ, ਅਸੀਂ ਇਸ ਵਾਸਤੇ ਆਏ ਹਾਂ ਵੀ ਅਗਲੇ 6 ਮਹੀਨਿਆਂ ਸਾਲ ਦੇ ਵਿੱਚ ਤੁਹਾਡੇ ਮੂੰਹ ਕਢਾ ਦਈਏ ਵੀ ਪੁੱਤ ਭਰਾ ਵਾਕਿਆ ਹੀ ਕੰਮ ਐ ਹੁੰਦੇ ਆ ਯਾਰ, ਨਜ਼ਾਰਾ ਲਿਆਤਾ, ਇਹ ਕਰਾਉਣ ਵਾਸਤੇ ਰਾਜਨੀਤੀ ਚਾਹੀਦੀ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਸਾਰਿਆਂ ਨੇ ਇੰਨਾ ਮਾਣ ਸਤਿਕਾਰ ਦਿੱਤਾ, ਇੰਨਾ ਪਿਆਰ ਦਿੱਤਾ, ਤੇ ਬਸ ਲਾਸਟ ਗੱਲ ਇੱਕੋ ਹੀ ਕਹੂੰਗਾ ਕਿ ਜਿੰਨਾ ਮਾਣ ਸਤਿਕਾਰ ਤੁਸੀਂ ਅੱਜ ਦਿੱਤਾ ਹੈ, ਇਹਨੂੰ ਦੁੱਗਣਾ ਤੇ ਚੌਗਣਾ ਕਰਕੇ ਤੁਹਾਨੂੰ ਵਾਪਸ ਮੋੜਾਂਗਾ, ਕਮੀ ਨਹੀਂ ਰਹਿਣ ਦਿੰਦਾ, ਲਾਮਾ ਨਹੀਂ ਆਉਣ ਦਿੰਦਾ।